कहानी जड़ा, कहानीकार किरपाल कज़ाक, आवाज़ सीमा ग्रेवाल। जिथे किते भी गड्डी खड़दी, मां हुब के पुछदी, किथे का आ गए पुत्त? ते मैं कुछ तलख होके स्टेशन दस दिंदा। घरों तुरदियां मैं बड़े जब्त विच सां, पर मां दे इक्को गल वार वार पुछण ते मैं तलख हो गया सां। थोड़ी देर पहला तो हद ही हो गई सी। पिछले किसी स्टेशन तो सामनी सीट ते दो शहरी जिहियां कुड़ियां आके बैठ गईयां सन, तो मैं कुछ राहत ਜਿਹੀ महसूस कीती सी। पर कुड़ियां जदों बिना रुके गल्लां दा अंग्रेजी विच कचीरा ही करन लगियां, तां मां सुंगड़ के बैठ गई सी। फिर हौले जे बोली सी, पुत्त तेरी बहू दे मुल्क दी है? सुनदिया मेरे अंदरों कुछ कड़क करके टुटिया। साहां विच धुआं जिहा फैल गया ते मैं एक तरह बुझ जिहा गया। पर इस तो पहला कि कुछ होर वापरदा, मैं मां नूं नींदर दी गोली दे के दुआले लीड़ा घुट दिता सी। उंज मैं जानदा सां कि इस गोली दा कोई असर नहीं होना, पर मां इउं पासा वट के पै गई जिवें सचमुच सौ गई होवे। पिछले कुछ वरियां तो इंज ही हुंदा सी। असीं मियां बीवी चाहुंदे तां मां जागदियां भी सौ जांदी, ना चाहुंदे तां सुत्ते पियां भी जागदी रहिंदी। मां दे इस बदले हुए रवैये ने जिथे मेरी पत्नी शैली नूं खुश कीता सी, उत्थे मैनूं उदास ते परेशान कर दिता सी। शायद इहो ही कारण सी कि कुछ महीने ही पहला मां नूं चाई चाई पिंडों शहर लैके आउण वाला मैं अज भरे हुए मन नाल पिंड परत रिहा सां। मां दी ये हलीमी मेरा गच भर दिंदी। हुण भी मेरा मन भर आया सी। मां भावें दूजे पासे मुंह करके पै गई सी, पर मैनूं लगा ਉਹ ਮੈਨੂੰ ਵੇਖ ਰਹੀ ਸੀ। ਇੱਕ ਮੇਰਾ ਕੱਚ ਭਰ ਆਇਆ ਤੇ ਮੈਂ ਐਨਕ ਸਾਫ਼ ਕਰਨ ਦੇ ਭੱਜ ਅੱਖਾਂ ਦੀ ਨਮੀ ਸੋਖ ਲਈ। ਮਾਂ ਪ੍ਰਤੀ ਮੇਰਾ ਇਹ ਲਗਾਓ ਵੇਖ ਸ਼ੈਲੀ ਮੱਚਣ ਲੱਗੀ। ਮਾਲੀ ਤਾਂ ਬੁੱਕ ਬੁੱਕ ਅਥਰੂ ਡੁੱਲਦੇ ਆ, ਮੇਰੇ ਲਈ ਹੌਕਾ ਵੀ ਮੁੱਲਦਾ। ਉਹ ਚੀਕ ਕੇ ਗੱਲ ਸ਼ੁਰੂ ਕਰਦੀ ਤੇ ਛੇਤੀ ਛੱਤਣੀ ਜਾ ਚੜਦੀ। ਤੇ ਕਦੇ ਕਦੇ ਨਾ ਮੈਨੂੰ ਸ਼ੈਲੀ ਦਾ ਇਹ ਗਿਲਾ ਜਾਇਜ਼ ਵੀ ਲੱਗਦਾ। ਮੈਂ ਮਹਿਸੂਸ ਕਰਦਾ ਕਿ ਮਾਂ ਪ੍ਰਤੀ ਮੇਰਾ ਇਹ ਮੋਹ ਇੱਕ ਸੀਮਾ ਦੀ ਮੰਗ ਕਰਦਾ ਸੀ। ਪਰ ਸ਼ੈਲੀ ਜਦੋਂ ਇਸ ਮੋਹ ਦੀ ਸੀਮਾ ਨੂੰ ਦੌਲਤ ਦੀ ਦ੍ਰਿਸ਼ਟੀ ਤੋਂ ਦੇਖਣ ਲੱਗਦੀ ਤਾਂ ਮੈਨੂੰ ਉਹਦੇ ਸੰਸਕਾਰਾਂ ਤੇ ਤਰਸ ਆਉਂਦਾ ਜਿਨ੍ਹਾਂ ਵਿੱਚੋਂ ਜੰਮੀ ਪਲੀ ਸੀ। ਪਰ ਕੋਈ ਉਸ ਤੇ ਤਰਸ ਕਰੇ, ਇਹ ਉਹਦੇ ਲਈ ਮਰ ਜਾਣ ਵਾਲੀ ਗੱਲ ਸੀ। ਅਬਾ ਤਬਾ ਬੋਲਦਿਆਂ ਘਰ ਸਿਰ ਤੇ ਚੁੱਕ ਲੈਂਦੀ। ਪਹਿਲਾਂ ਮੈਂ ਸੋਚਦਾ ਕਿ ਸ਼ਾਇਦ ਸ਼ੈਲੀ ਦਾ ਗੁੱਸਾ ਹੀ ਮੇਰੇ ਵੱਸ ਵਿੱਚ ਨਹੀਂ ਸੀ। ਪਰ ਜਦੋਂ ਸਾਡੇ ਦੋਹਾਂ ਵਿਚਾਲੇ ਨਿੱਕੀ ਨਿੱਕੀ ਗੱਲ ਤੇ ਵਾਧਾ ਤਣਾਓ ਮਾਂ ਨੂੰ ਵੀ ਵਿੱਚ ਲਪੇਟ ਲੈਂਦਾ, ਤਾਂ ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਕੁਝ ਸੀ ਜੋ ਮੇਰੇ ਵੱਸ ਵਿੱਚ ਨਹੀਂ ਸੀ। ਵੱਸ ਵਿੱਚ ਹੁੰਦਾ ਤਾਂ ਮੈਂ ਸ਼ੈਲੀ ਨਾਲ ਵਿਆਹ ਹੀ ਕਿਉਂ ਕਰਵਾਉਂਦਾ। ਚਲੋ ਵਿਆਹ ਕਰਵਾ ਲਿਆ ਤਾਂ
ਉਹਦੇ ਅਮੀਰ ਪਿਓ ਵੱਲੋਂ ਖੈਰਾਇਤ ਵਜੋਂ ਮਿਲੀ ਨੌਕਰੀ ਨਾ ਸਵੀਕਾਰ ਕਰਦਾ। ਇਸ ਗੱਲ ਦੇ ਬਾਵਜੂਦ ਕਿ ਮਾਂ ਨੇ ਸਿਰੋਂ ਨੰਗੀ ਹੋਣ ਤੇ ਵੀ ਮੇਰੀ ਹਰ ਇੱਛਾ ਦਾ ਨੰਗ ਟਕਿਆ ਸੀ। ਭੁੱਖੀ ਤੱਸੀ ਰਹਿ ਕੇ ਵੀ ਮੇਰੀ ਪੋਟ ਵਿੱਚ 4 ਡਿਗਰੀਆਂ ਦਾ ਚੋਗਾ ਕੱਤਿਆ ਸੀ। ਤੇ ਇੱਕ ਮੈਂ ਸਾਂ ਜਿਸ ਮਜਬੂਰੀਆਂ ਦਾ ਵਾਸਤਾ ਪਾ ਕੇ ਪਹਿਲਾਂ ਅਮੀਰ ਨਾਲ ਵਿਆਹ ਕਰਵਾ ਲਿਆ ਤੇ ਫਿਰ ਜਿੱਥੇ ਦਾਣਾ ਪਾਣੀ ਲਿਖਿਆ ਦੀ ਓਟ ਲੈ ਕੇ ਸ਼ਹਿਰ ਨੌਕਰੀ ਕਰਨ ਤੋਂ ਰਿਹਾ, ਸਿਰਫ ਸ਼ੈਲੀ ਦੀ ਇੱਛਾ ਕਰਕੇ, ਕਿਉਂਕਿ ਉਸ ਕਿਹਾ ਸੀ ਕਿ ਉਸ ਦੀਆਂ ਜੜ੍ਹਾਂ ਫੈਲਣ ਲਈ ਪਿੰਡ ਦੀ ਮਿੱਟੀ ਕਾਫੀ ਨਹੀਂ ਸੀ ਤੇ ਫਿਰ ਪਿੰਡ ਦੇ ਨੀਵੇਂ ਤੇ ਕੱਚੇ ਬਨੇਰਿਆਂ ਤੋਂ ਕਿਸੇ ਵੱਡੀ ਉਡਾਣ ਲਈ ਕਿਵੇਂ ਪ੍ਰਵਾਸ ਭਰੀ ਜਾ ਸਕਦੀ ਸੀ। ਤੇ ਮੈਂ ਉਸ ਦੀ ਇੱਛਾ ਖਾਤਰ ਸ਼ਹਿਰ ਆ ਗਿਆ ਸੀ। ਪਰ ਮੈਂ ਸੋਚਦਾ ਕਿ ਮਾਂ ਦੀ ਇੱਛਾ ਕਿੱਥੇ ਸੀ, ਜਿਹੜੀ ਮੇਰੇ ਜਵਾਨ ਹੋਣ ਤੱਕ ਇੱਕੋ ਗੱਲ ਦੁਹਰਾਉਂਦੀ ਰਹੀ, ਇੱਕੋ ਗੱਲ। ਅਫਸਰ ਬਣੂ ਮੇਰਾ ਪੁੱਤ, ਰਾਜ ਕਰਾਊ ਮਾਂ ਨੂੰ। ਆਖਰ ਬੰਦੇ ਦੀ ਅੰਸ ਹੈ, ਜੇ ਮਾਂ ਦੀ ਅੰਦਰ ਠੰਡੀ ਕਰੂ ਤਾਂ ਹੀ ਪਿਓ ਦਾ ਸਿਵਾ ਠੰਡਾ ਹੋਊ। ਮਾੜੀ ਲਾਤ ਤਾਂ ਕਹਿੰਦੇ ਬੰਦੇ ਦੀ ਗਤੀ ਨਹੀਂ ਹੋਣ ਦਿੰਦੀ। ਮੈਂ ਤੜਪ ਕੇ ਸੋਚਦਾ, ਮਾਂ ਕਦੇ ਇਸ ਗੱਲ ਨੂੰ ਹੁਣ ਕਿਉਂ ਨਹੀਂ ਸੀ ਦੁਹਰਾਉਂਦੀ? ਹੁਣ ਕੀ ਹੋ ਗਿਆ ਸੀ ਮਾਂ ਨੂੰ, ਕਿਉਂ ਨਹੀਂ ਸੀ ਦੁਹਰਾਉਂਦੀ ਇਸ ਗੱਲ ਨੂੰ? ਇੱਕ ਦਿਨ ਮੈਂ ਖਿੱਚ ਕੇ ਕਿਹਾ, ਮਾਂ ਮੈਂ ਪੜ੍ਹ ਲਿਖ ਗਿਆ, ਵਿਆਹਿਆ ਵਰਿਆ, ਸ਼ਹਿਰ ਨੌਕਰੀ ਕਰਦਾ, ਹੁਣ ਤਾਂ ਮੈਂ ਆਪਣੇ ਪੁੱਤ ਨੂੰ ਮਾਂ ਹੁਣ ਤਾਂ ਤੂੰ ਆਪਣੇ ਪੁੱਤ ਨੂੰ ਅਫਸਰ ਸਮਝ ਲੈ, ਨੌਕਰੀ ਲੱਗ ਗਿਆ ਮੈਂ। ਤੇ ਮਾਂ ਕਹਿੰਦੀ, ਖਰਾਬ ਪੁੱਤ ਜਮ ਸਮਝੂ, ਪਰ ਉਦੋਂ ਪੁੱਤ ਜਿੱਦਾਂ ਤੈਨੂੰ ਪਿੰਡ ਨਿਉ ਸਲਾਮਾ ਕਰੂ। ਪਰ ਪੁੱਤ ਮੈਂ ਤਾਂ ਜੜ੍ਹਾਂ ਹੀ ਕਿਧਰੇ ਹੋਰ ਲਾਈਆਂ ਸੀ ਤੇ ਤੈਂ ਤਾਂ ਜੜ੍ਹਾਂ ਹੀ ਕਿਧਰੇ ਹੋਰ ਲਾ ਲੀਆਂ। ਫਿਰ ਪੁੱਤ ਮਾਪੇ ਲਈ ਤਾਂ ਧੀਆਂ ਪੁੱਤ ਜੰਮਦੇ ਹੀ ਅਫਸਰ ਹੁੰਦੇ ਆ, ਜੰਮਦੇ ਹੀ ਅਫਸਰ ਹੁੰਦੇ ਆ ਮਾਪੇ ਲਈ ਧੀਆਂ ਪੁੱਤ। ਤੇ ਮਾਂ ਨਾ ਚਾਹੁੰਦੇ ਹੋਏ ਵੀ ਮੂੰਹ ਢੱਕ ਕੇ ਰੋਣ ਲੱਗ ਪਈ ਸੀ। ਪਰ ਮੈਥੋਂ ਤਾਂ ਮਾਂ ਲਈ ਰੋਣਾ ਛੱਡ ਹੌਕਾ ਵੀ ਨਹੀਂ ਸੀ ਸਰਿਆ। ਉਂਝ ਮੇਰੇ ਹੌਕਿਆਂ ਨੇ ਮਾਂ ਦਾ ਸਵਾਰਨਾ ਵੀ ਕੀ ਸੀ। ਮਾਂ ਕੋਲ ਤਾਂ ਪਹਿਲਾਂ ਹੀ ਹੌਕੇ ਬਹੁਤ ਸਨ। ਕਦੇ ਮੈਂ ਸੋਚਦਾ ਕਿ ਪਿਤਾ ਦੀ ਮੌਤ ਤੇ ਮੇਰੇ ਸ਼ਹਿਰ ਚਲੇ ਆਉਣ ਮਗਰੋਂ ਮਾਂ ਕੋਲ ਹੌਕੇ ਹੀ ਤਾਂ ਸਨ। ਨਹੀਂ ਉਮਰ ਦੀ ਨਿਸ਼ਠਾ ਦਾ ਉਹਨੂੰ ਕੀ ਮਿਲਿਆ? ਵਰੇ ਚਮਾਈ ਲੈ ਕੇ ਦਿੱਤੇ 4 ਲੀੜੇ, ਫੋਕੇ ਦਿਲਾਸੇ, ਜਾਂ ਮੇਰੀ ਤੇ ਸ਼ੈਲੀ ਵਿਚਾਲੇ ਨਿਤ ਵੱਧਦਾ ਜ਼ਹਿਰ। ਇਹ ਜ਼ਹਿਰ ਸ਼ਾਇਦ ਵੱਧਦਾ ਹੀ ਚਲਿਆ ਜਾਂਦਾ ਜੇ ਸ਼ੈਲੀ ਨੂੰ ਅਚਾਨਕ ਮਾਂ ਦੀ ਲੋੜ ਨਾ ਪੈਂਦੀ। ਸੁਣ ਕੇ ਮੈਂ ਬਹੁਤ ਹੈਰਾਨ ਹੋਇਆ। ਮਾਂ ਤਾਂ ਸ਼ੈਲੀ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੀ, ਫਿਰ ਇਹ ਚਾਹਤ ਕੈਸੀ? ਪਿੱਛੋਂ ਪਤਾ ਲੱਗਿਆ ਕਿ ਸ਼ੈਲੀ ਖੁਦ ਮਾਂ ਬਣਨ ਵਾਲੀ ਸੀ। ਮੈਨੂੰ ਹੈਰਾਨੀ ਤੇ ਖੁਸ਼ੀ ਹੋਈ। ਹੈਰਾਨੀ ਇਸ ਗੱਲ ਦੀ ਕਿ ਸ਼ੈਲੀ ਬੱਚਾ ਜੰਮਣ ਨੂੰ ਤਾਂ ਫਾਲਤੂ ਦਾ ਝੰਜਟ ਸਮਝਦੀ ਸੀ ਹਮੇਸ਼ਾ ਹੀ। ਉਹ ਕਹਿੰਦੀ ਕਿ ਇਹ ਕਿੱਦਾਂ ਦਾ ਇਨਸਾਫ ਹੈ ਕਿ ਬੱਚਾ ਮਾਂ ਜੰਮੇ ਤੇ ਪੀੜੀ ਪਿਓ ਦੀ ਤੁਰੇ, ਉੱਤੋਂ ਫਿਕਰ ਦਾ ਨਾਸ। ਖੁਸ਼ੀ ਮੈਨੂੰ ਇਸ ਗੱਲ ਦੀ ਸੀ ਕਿ ਇੱਕ ਦਿਨ ਕਹਿਣ ਲੱਗੀ, ਦੇਖੋ ਜੀ ਕੁਝ ਵੀ ਹੈ, ਤੀਵੀਂ ਦੀਆਂ ਜੜ੍ਹਾਂ ਲੱਗਣ ਲਈ ਮਾਂ ਬਣਨਾ ਬੜਾ ਹੀ ਜ਼ਰੂਰੀ ਹੈ, ਇਹ ਗੱਲ ਪੱਕੀ ਹੈ। ਮੈਂ ਸ਼ੈਲੀ ਦੇ ਇਸ ਅਚਾਨਕ ਬਦਲਾਅ ਤੇ ਬਹਿਸ ਕਰਨੀ ਚਾਹੁੰਦਾ ਸਾਂ, ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ
ਕੀ ਪਤਾ ਇਸ ਬੱਚੇ ਦੀ ਆਮਦ ਹੀ ਮੇਰੀ ਸ਼ੈਲੀ ਤੇ ਮਾਂ ਵਿਚਾਲੇ ਕੋਈ ਚੌਥੀ ਕੌਣ ਸਿਰਜ ਕੇ ਕਿਸੇ ਮੂੰਹ ਦੀ ਜੜ ਲਾ ਦੇਵੇ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਉਧਰ ਸ਼ੈਲੀ ਦੀ ਕੁੱਖ ਵਿੱਚ ਚਾਨਣ ਦਾ ਬੀਜ ਪੁੰਗਰਿਆ, ਇੱਧਰ ਪਿੰਡ ਵਿੱਚੋਂ ਮਾਂ ਦੀਆਂ ਜੜ੍ਹਾਂ ਹੀ ਖੱਗੀਆਂ ਗਈਆਂ। ਸ਼ੈਲੀ ਨੇ ਕਿਹਾ ਸੀ, ਦੇਖੋ ਜੇ ਬੱਚਾ ਚਾਹੀਦਾ ਨਾ ਤੁਹਾਨੂੰ ਤਾਂ ਪਿੰਡ ਤੋਂ ਮਾਂ ਨੂੰ ਲੈ ਆਓ ਜਾਂ ਫਿਰ ਮੈਨੂੰ ਨੌਕਰ ਰੱਖ ਕੇ ਦਿਓ, ਐਵੇਂ ਨਹੀਂ ਗੱਡੀ ਚੱਲਣੀ। ਤੀਜੇ ਮਹੀਨੇ ਦੀ ਗਰਭਵਤੀ ਸ਼ੈਲੀ ਨੇ ਇੱਕ ਤਰ੍ਹਾਂ ਲੀਕ ਖਿੱਚ ਦਿੱਤੀ। ਨੌਕਰ ਰੱਖਣ ਦਾ ਮਤਲਬ ਸੀ ਕਿ ਉਹਦੇ ਅਮੀਰ ਪਿਓ ਦੇ ਹੋਰ ਹਠਾਰੂ ਹੋਣਾ। ਰਹੀ ਮਾਂ ਦਾ ਕੀ ਸੀ? ਫਿਰ ਮਾਂ ਦਾ ਤਾਂ ਫਰਜ਼ ਵੀ ਬਣਦਾ ਸੀ ਨਾ। ਮੈਂ ਆਪਣੇ ਆਪ ਨੂੰ ਦਲੀਲ ਦਿੱਤੀ ਤੇ ਬਿਨਾਂ ਕੋਈ ਪਾਦਾ ਪੁੱਛੇ ਮਾਂ ਮੂਹਰੇ ਜਾ ਖੜਿਆ। ਮੈਂ ਚੱਕਦੇ ਚ ਸ਼ਹਿਰ ਜਾਣ ਦੀ ਗੱਲ ਤੋਰੀ ਤਾਂ ਮਾਂ ਪੈਰੋਂ ਹੀ ਮੱਚ ਉੱਠੀ। ਪਰ ਜਿਉਂ ਹੀ ਉਹਨੇ ਸ਼ੈਲੀ ਦੇ ਮਾਂ ਬਣਨ ਬਾਰੇ ਸੁਣਿਆ, ਬਿਨਾਂ ਕੋਈ ਉਜ਼ਰ ਕੀਤੇ ਆਪਣੇ ਲੀੜਿਆਂ ਦੀ ਨਿੱਕੀ ਜਿਹੀ ਪੁਚਕੀ ਚੁੱਕ ਦਰਾਂ ਤੋਂ ਬਾਹਰ ਜਾ ਖੜੀ। ਉੱਤੋਂ ਗੁੱਸੇ ਹੋਈ ਕਿ ਜੇ ਇਹ ਗੱਲ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ। ਫਿਰ ਅੱਖਾਂ ਭਰਦਿਆਂ ਕਹਿਣ ਲੱਗੀ, ਨਾਲੇ ਪੁੱਤ, ਜਿਸ ਰੁੱਖ ਦਾ ਪਰਿਵਾਰ ਹਰਿਆ ਭਰਿਆ ਉਸੇ ਦੀਆਂ ਜੜ੍ਹਾਂ ਦਾ ਮੁੱਲ ਹੈ। ਫਿਰ ਤੁਹਾਡੇ ਬਿਨਾਂ ਮੇਰਾ ਪਿੰਡ 'ਚ ਹੈ ਹੀ ਕੀ ਪੁੱਤ? ਮੇਰਾ ਹੋਰ ਕੀ ਹੈ ਇਸ ਪਿੰਡ 'ਚ ਤੁਹਾਡੇ ਬਿਨਾਂ? ਜਿਸ ਰੁੱਖ ਦਾ ਪਰਿਵਾਰ ਹਰਿਆ ਭਰਿਆ ਪੁੱਤ, ਉਸੇ ਦੀਆਂ ਜੜ੍ਹਾਂ ਦਾ ਮੁੱਲ ਹੈ। ਇੱਕ ਪਲ ਲਈ ਮੈਨੂੰ ਲੱਗਿਆ ਕਿ ਮਾਂ ਠੀਕ ਕਹਿ ਰਹੀ ਸੀ, ਕਿਉਂਕਿ ਉਸ ਦਿਨ ਤੋਂ ਬਾਅਦ ਜਿਸ ਬੇਪਰਵਾਹੀ ਨਾਲ ਮਾਂ ਨੇ ਪਿੰਡ ਵੱਲ ਪਿੱਠ ਕੀਤੀ ਸੀ, ਉਹ ਸੱਚਮੁੱਚ ਹੈਰਾਨ ਕਰਨ ਵਾਲੀ ਸੀ। ਸ਼ਹਿਰ ਆ ਕੇ ਤਾਂ ਮਾਂ ਨੇ ਸਾਨੂੰ ਹੋਰ ਵੀ ਹੈਰਾਨ ਕਰ ਦਿੱਤਾ। ਨਾ ਕੋਈ ਸ਼ਿਕਵਾ, ਨਾ ਸ਼ਿਕਾਇਤ, ਨਾ ਕੋਈ ਉਜ਼ਰ, ਨਾ ਉਜ਼ਰਤ। ਪਤਾ ਨਹੀਂ ਕਿਉਂ ਮਾਂ ਦਾ ਇਉਂ ਸਿਰਫ ਸ਼ੈਲੀ ਦੀ ਇੱਛਾ ਲਈ ਬਦਲ ਜਾਣਾ ਮੈਨੂੰ ਬਹੁਤ ਬੁਰਾ ਲੱਗਿਆ। ਸ਼ੈਲੀ ਲਈ ਤਾਂ ਇਹ ਜਿੱਤ ਦੀ ਘੜੀ ਸੀ। ਉਹਨੇ ਜਿੱਤ ਜ਼ਾਹਿਰ ਵੀ ਕੀਤੀ। ਇੱਕ ਦਿਨ ਕਿਸੇ ਬਾਗਬਾਨੀ ਨਰਸਰੀ ਤੋਂ 3-4 ਗਮਲੇ ਖਰੀਦ ਲਿਆਈ। ਇੱਕ ਵਿੱਚ ਬੋੜ, ਪਿੱਪਲ ਤੇ ਜੰਡ ਉੱਗੇ ਹੋਏ ਸੀ, ਹੂ ਬਹੂ ਸ਼ਕਲ, ਪਰ ਆਕਾਰ ਵਿੱਚ ਸਿਰਫ 2-3 ਗਿੱਠਾ ਉੱਚੇ। ਕਹਿਣ ਲੱਗੀ, ਦੇਖਿਆ, ਤੁਸੀਂ ਕਹਿੰਦੇ ਸੋ ਕਿ ਜੜ੍ਹਾਂ ਹੁੰਦੀਆਂ ਬੰਦੇ ਦੀਆਂ, ਜੇ ਬੋੜ ਪਿੱਪਲ ਗਮਲਿਆਂ ਵਿੱਚ ਉੱਗ ਸਕਦੇ ਤਾਂ ਬੰਦੇ ਦਾ ਕੀ ਹੈ? ਉਹਨੇ ਮੇਰੀ ਮਾਂ ਵਿੱਚੋਂ ਗੱਲ ਕੱਢੀ ਸੀ। ਉੱਤਰ ਵਿੱਚ ਮੈਂ ਜੜ੍ਹਾਂ ਕੁਤਰ ਕੇ ਬੌਣਾ ਕਰ ਦੇਣ ਦੀ ਤਕਨੀਕ ਬਾਰੇ ਚੀਕਣਾ ਚਾਹੁੰਦਾ ਸਾਂ, ਪਰ ਚੁੱਪ ਰਿਹਾ ਤੇ ਸ਼ੈਲੀ ਦੀ ਸਾਰੀ ਉਗਲੀ ਹੋਈ ਜ਼ਹਿਰ ਵਿੱਚੇ ਵਿੱਚ ਪੀ ਲਈ। ਪਰ ਮਾਂ ਨੇ ਤਾਂ ਜਿਵੇਂ ਬਿਨਾਂ ਕਹੀ ਸਭ ਕੁਝ ਸੁਣ ਲਿਆ ਤੇ ਦੇਖਦਿਆਂ ਦੇਖਦਿਆਂ ਦੁਨੀਆ ਦੀ ਹਰ ਤਕਨੀਕ ਨੂੰ ਹੀ ਮਾਤ ਪਾ ਦਿੱਤੀ। ਆਪਣੀਆਂ ਜੜ੍ਹਾਂ ਆਪ ਹੀ ਕੁਤਰ ਕੇ ਉਹਨੇ ਸ਼ੈਲੀ ਦੀ ਹਰ ਹਮਕੀ ਤੁਮਕੀ ਜਰਨੀ ਸਿੱਖ ਲਈ। ਸ਼ੈਲੀ ਨੂੰ ਪੁੱਛ ਕਰਦੇ ਤਾਂ ਮੂੰਹ ਨਾ ਥੱਕਦਾ। ਸਬਜ਼ੀ ਭਾਜੀ ਦਾ ਭਾਅ ਤੈਅ ਕਰਨਾ ਤੇ ਸੜਕ ਪਾਰ ਕਰਨਾ ਤਾਂ ਮਾਂ ਦੇ ਲਈ ਆਮ ਜੀ ਗੱਲ ਹੋ ਗਈ ਸੀ। ਇੱਥੋਂ ਤੱਕ ਕਿ ਘਰ ਦੇ ਗਲ ਕੰਮਾਂ ਵਿੱਚ ਡੁੱਬੀ ਉਹ ਹਰ ਆਏ ਗਏ ਨੂੰ ਨੌਕਰਾਣੀ ਦਿਸਣ ਵਿੱਚ ਮਾਹਿਰ ਹੋ ਗਈ। ਮੈਂ ਮਨ ਹੀ ਮਨ ਸ਼ੁਕਰ ਕੀਤਾ ਕਿ ਮਾਂ ਸ਼ਹਿਰ ਵਿੱਚ ਜੜ੍ਹਾਂ ਲਾ ਰਹੀ ਸੀ। ਮੈਂ ਸੁੱਖਣਾ ਸੁੱਖੀ
शैली सुख का साह लिया ते किसी जित की खुशी विच 6वें महीने मंजा मल के बैठ गई। आखिर मां पिंड लई किन्ना कुछ तड़प सकती सी, असीं दोहां ने सोचा। पर एक दिन सब कुछ तहस नहस हो गया। गई रात 237 वालियां दे घरों उच्ची लेर सुनी। मां तां जिवें हवा विचों ही खुशी गमी सूंघ लैंदी सी, फिर उत्तों रात दा सनाटा ते दिल विन्नवी लेर। मां ता के दूजे ब्लॉक वाल दौड़ी। मैं भी जान लगा तो शैली तरला लिया, की करते हो, एवें जाके फस जूगे, बैठे रहो उत्थे। अगे गए तो 70 विछा पिया। पता लग गया दीन दयाल नहीं सी रहा। हाय बे वीर, वो तो बड़ा चंगा सी बे, बड़ा चंगा सी, की हो गया अनु बे पुत। मां दे कालजे जिवें डूंगी पीड़ हुई। मैनूं याद आया दीन दयाल भी अपने बच्चों लिए पिंडों शहर आया होया सी। सब्जी भाजी खरीददियां, बच्चे खिडाउंदियां जां कुत्ते नूं फेरी लवाउंदियां मां नूं मिलदा तां दुख सुख फोलदा। ਉਹਨੂੰ ਸਭ ਤੋਂ ਵੱਡਾ ਝੋਰਾ ਸੀ ਕਿ ਉਹਦੇ ਦੋਹਾਂ ਪੁੱਤਾਂ ਨੇ ਜਿਉਂਦੇ ਜੀ ਘਰ-ਬਾਰ ਵੀ ਵੰਡ ਲਿਆ ਸੀ ਤੇ ਇੱਕ ਨੇ ਮਾਂ, ਦੂਜੇ ਨੇ ਪਿਓ ਲੈ ਲਿਆ। ਦੋਵੇਂ ਪੁੱਤ ਵੱਖੋ-ਵੱਖ ਸ਼ਹਿਰਾਂ ਵਿੱਚ ਸਨ, ਪਰ ਵਿਚਾਰਾ ਦੀਨ ਦਿਆਲ ਸ਼ਹਿਰ ਵਿੱਚ ਜੜ੍ਹਾਂ ਫੜਨ ਤੋਂ ਪਹਿਲਾਂ ਹੀ ਤੁਰਦਾ ਬਣਿਆ। ਇੱਕ ਪਲ ਮੈਂ ਮਾਂ ਬਾਰੇ ਸੋਚ ਅੰਦਰੋਂ ਅੰਦਰ ਕੰਬ ਗਿਆ। ਮਾਂ रोण वर्गे बोलां नाल अफसोस करन लगी तो किसी ने टोकिया, बस मां जी रोना नहीं जे, रोना नहीं है बस। मां चुप कर गई। पता लग्या घर विच बच्चों के पेपरां की तैयारी चल रही सी। मां एक कोने विच मूँह दे के सिसकियां भरदी रोन लगी। मां नूं देख एक दो आईयां गुआंढणां भी रोन लगियां। देखो जी, जे इत्थे रोण धोण दा प्रोग्राम चलना है तो मैं बच्चे किसी होर घर भेज दिना। बच्चों के पेपर ने, ना करो ये रोना धोना। दीन दयाल दा पुत सख्ती नाल बोलिया। मां एकदम चुप कर गई। किसी ने कहा, चलो भाई मरना की नहीं, जग चलती सराह है भाई, जग चलती सराह है। पर इस परिवार नाल तां बुरी हुई। तुसी सोचो पिंडों बजुर्ग नूं इसलिए लैके आंदा भी दोवें नूं पुत्तर नौकरी ते सन, चलो बजुर्ग बच्चे सांभ लू, पर आउंदे बीमार पै गया। सुख दी थां खर्चा वध गया। शुरू विच तां विचारे नूं हाजत लई भी बड़ी औख पेश आई। बई कुछ कहो, कुछ भी कहो, टब्बर ने बजुर्ग बदले औख बड़ी चली जे, बहुत औख चली है। ओए औख तां आपे चलनी हुई। तुसी सोचो, एक शहरदारी, बच्चों दियां महंगियां पढ़ाइयां ते उत्तों बिरध बंदे दी बीमारी। बीमारी तो भाई साहब उन्होंने आप ली। दीन दयाल दे पुत ने कहा, हर वेले शिकायत, इत्थे गंद बहुत है, रिश्वत है, शोर है, आखे घर च क्यों हगदे हो। हुण दसो दे लई शहर च घर सड़कां नवीआं बन जांदियां। किसी होर ने कहा, कुछ भी सी, भले पुरुष सन विचारे, ना चंगी ना मंदी, जदों जो मिलिया पा लिया, जो दिता खा लिया। भले पुरुष सन विचारे, भले। वाकई मां नूं उस बंदे दी गल शायद चंगी लगी। उस वल उचेच नाल झाकी। अचानक चुप जिवें बोझल जापण लगी। साह घुट्टण लग्या। मेरे उठण तो पहलां जदों आए गुआंढी सवेरे संस्कार दा टाइम पुछ के चले गए तो मैं भी जान लई मां दा मोढा झूणिया। मैनूं लग्या
माँ हुणे मेरा हथ झटक के कहेगी, है कमला ऐ किवें मोई मिट्टी नूं छड्ड के घरे जा पवां? कमले नहीं बनीदा हुंदा। पर मैं हैरान रह गई जदों माँ बिना कुछ बोले पौड़ियां उतर गई। सवेरे जदों दूजे ब्लॉक के विहड़े विच मुर्दा गड्डी आ खड़ी तो मैं बाहर साडे गुआंढ विच रहिंदी पंगालण मिसिस बासू नूं बोलदिआं सुणिया। ਉਹ मां नूं शहर विच लगी मुर्दा फूकण वाली बिजली भट्ठी बारे दस रही सी। मां जी केवल 20 मिनट और बोन का पैकेट आपके हाथ में, पानी में फेंको और छुट्टी। कोई आलतू फालतू का झंझट नहीं मां जी, बहुत आसान है। सुनदिया मेरे खानियों गई। मैनू लग्या माँ हुणे पुछेगी, पुत्त जे बंदे दा सिवा ही नहीं बलना तां हसड़ी दी परिक्रमा कौन करू? अग्नि कौन दिखाऊ? गति किवें हो बंदे दी? पर मेरी हैरानी दी कोई हद ना रही जदों माँ कुछ भी ना बोली ते चुपचाप लाश नूं गड्डी विच लददिआं उपरली मंजिल तो ही वेखदी रही, जां फिर 4-5 बंदिआं नूं मुर्दा गड्डी नाल जांदे देखदी रही। ना उस आप सिविआं तक जाण दी जिद कीती, ना मैनू जाण लई कहा। उस दिन तो बाद माँ बिल्कुल चुप हो गई। एक दिन अचानक कहने लगी, पुत्त भला जड़ां कित्थे हुंदियां बंदे दियां? कित्थे हुंदियां जड़ां बंदे दियां? दस सकदा कोई बंदे दियां जड़ां कित्थे हुंदियां? उत्तर विच मैं नीवी पा ली। उस दिन तो बाद साडे लई माँ दी चुप असह हो गई। असीं माँ दी हर गल विचों एक चोप महसूस करते। माँ हर गल नूं दीन दयाल दी मौत विचों देखण लग पई तां असीं चाहिआ माँ जिन्नी छेती हो सकदा पिंड चली जावे। पर हुण जदों मैं माँ नूं लैके पिंड परत रहा तां सोचदा कुछ भी सी, माँ नूं शैली दी इस हालत विच पिंड नहीं सी परतना चाहिदा। हुण तां लोड़ सी माँ दी। ਜਿਉਂ ਹੀ ਅਸੀਂ ਪਿੰਡ ਦੀ ਜੂ ਵਿੱਚ ਦਾਖਲ ਹੋਏ, ਮਾਂ ਇੱਕਦਮ ਚਹਿਕ ਉੱਠੀ। ਨਿਆਈਆਂ ਵਿੱਚ ਨਰਮਾ ਚੁਗਦੀਆਂ ਤੀਵੀਆਂ ਉੱਠ ਕੇ ਜਿਵੇਂ ਮਾਂ ਦੇ ਗਲ ਨਾਲ ਚਿੰਬੜ ਗਈਆਂ। ਮਾਂ ਦੀ ਗਲੀ ਵਿੱਚ ਵੜਦਿਆਂ ਤਾਂ ਹੱਦ ਹੀ ਹੋ ਗਈ। ਜਿਸ ਨੇ ਵੀ ਮਾਂ ਦੇ ਪਿੰਡ ਆਉਣ ਬਾਰੇ ਸੁਣਿਆ, ਮਾਂ ਦੇ ਦੁਆਲੇ ਝੁਰਮਟ ਵਾਂਗ ਜੁੜ ਗਿਆ। ਮੈਨੂੰ ਲੱਗਿਆ ਮਾਂ ਜਿਵੇਂ ਵਿਸਰ ਹੀ ਗਈ ਸੀ ਕਿ ਮੈਂ ਵੀ ਉਹਦੇ ਨਾਲ ਸਾਂ। मैं एक दो बार अपनी होंद का एहसास कराने का यतन भी किया, पर सब व्यर्थ। हर कोई किवें अफसरा कह के पासा हट गया। मैनू याद आया जदों तो मैं शहर रहन लगा सा, मेरे नाल इंज ही हुंदा सी। इक्का एक मेरा मन पीड़ नाल भर गया। मैं एक नज़र मां नूं तीवियां विच चहकते वेख्या ते सोचा, ये माँ तो माँ ही नहीं सी जिसनों मैं शहरों लैके परत्या सा। ये माँ तो शहर गई ही नहीं सी। अचानक मैनू किधरे पढ़िया याद आया, बंदियां
तेरियां दस दियां बंदिया तेरियां दस दियां। पर अगले पल मैं ਇਹ ਖਿਆਲ ਝਟਕ ਦਿੱਤਾ ਤੇ ਸੋਚਿਆ ਇਹ ਤਸ਼ਬੀਹ ਵੀ ਠੀਕ ਨਹੀਂ ਸੀ। ਕੀ ਪਤਾ ਜੜ੍ਹਾਂ ਖੱਗੇ ਜਾਣ ਦੀ ਕੋਈ ਉਮਰ ਹੋਵੇ। ਸ਼ਾਇਦ ਇਸੇ ਲਈ ਮਾਂ ਸ਼ਹਿਰ ਜੜ੍ਹਾਂ ਨਹੀਂ ਸੀ ਲਾ ਸਕੀ। ਪਰ ਪਤਾ ਨਹੀਂ ਕਿਉਂ ਮੈਂ ਇਹ ਖਿਆਲ ਵੀ ਝਟਕ ਦਿੱਤਾ ਤੇ ਬੜੇ ਦੁਖੀ ਮਨ ਦੇ ਨਾਲ ਸੋਚਣ ਲੱਗਾ ਕਿ ਆਖਿਰ ਮੈਂ ਕਿਹੜੇ ਲੋਕਾਂ ਵਿੱਚੋਂ ਸਾਂ ਜਿਨ੍ਹਾਂ ਨੂੰ ਸ਼ਹਿਰ ਦੀ ਮਿੱਟੀ ਕਦੇ ਰਾਸ ਨਹੀਂ ਸੀ ਆਈ ਅਤੇ ਪਿੰਡ ਦੀ ਮਿੱਟੀ ਵਿੱਚ ਜੜ੍ਹਾਂ ਲਈ ਕੋਈ ਥਾਂ ਹੀ ਨਹੀਂ ਸੀ ਰਹੀ। ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ ਮੈਨੂੰ ਲੱਗਾ ਮੇਰੀਆਂ ਤਾਂ ਜਿਵੇਂ ਜੜ੍ਹਾਂ ਹੀ ਨਹੀਂ ਸਨ। ਮੇਰੀਆਂ ਤਾਂ ਜਿਵੇਂ ਜੜ੍ਹਾਂ ਹੀ ਨਹੀਂ ਸਨ।